ਮੈਨੂੰ ਆਸ ਹੀ ਨਹੀਂ पूर्ण विश्वास है कि मामला हल होएगा गलबात द्वारा, क्योंकि दुनिया ਵੱਡੀਆਂ ਲੜਾਈਆਂ भी ਵੱਡੇ ਵੱਡੇ ਮਸਲੇ भी गलबात ਦੇ ਰਾਹੀਂ हल होंगे। ਤੁਸੀਂ किसान ਦੇ ਕਾਰਨ नहीं ਕੀਤਾ ਉਹਨਾਂ ਨੇ कि किसान ਦੇ ਵੱਖਰੀ ਗੱਲ ਕੀਤੀ है। ਤੁਸੀਂ ਜਿਹੜੀ ਵੀ ਗੱਲ ਰੱਖਣੀ है पार्टी प्लेटफॉर्म ਤੇ ਰੱਖੋ। पार्टी ने रखिया नहीं गई, उन्होंने दसिया नहीं गया, दसिया गया। ਹੁਣ ਮੰਨਣਾ ਜਾਂ ਨਾ ਮੰਨਣਾ ਤਾਂ ਉਹਨਾਂ ਤੇ ਡਿਪੈਂਡ ਕਰਦਾ ਨਾ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਮੈਂ ਹਾਂ ਅਮਨਦੀਪ ਸਿੰਘ ਚੰਡ। ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਤਕਰੀਬਨ 8 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਕੇਂਦਰ ਦੇ ਵਿਚਾਲੇ ਵਿਵਾਦ ਲਗਾਤਾਰ ਪੱਕਦਾ ਜਾ ਰਿਹਾ ਹੈ। ਇੱਕ ਪਾਸੇ ਤਾਂ ਮੌਨਸੂਨ ਇਜਲਾਸ ਚੱਲ ਰਿਹਾ ਔਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਆਪਣੇ ਵੱਖਰੇ ਪ੍ਰਕਾਰ ਦੀ ਸੰਸਦ ਲਗਾ ਕੇ ਵੱਖ-ਵੱਖ ਮੁੱਦੇ ਜਿਹੜੇ ਨੇ ਉੱਤੇ ਬਹਿਸ ਕੀਤੀ ਜਾ ਰਹੀ ਹੈ। ਇਹਨਾਂ तमाम ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਜੀ ਮੌਜੂਦ ਨੇ। ਸਰ ਕਿੱਦਾਂ ਸੁਣਾਓ, ਸਿਹਤਾਂ ਠੀਕ ਠਾਕ ਨੇ? ਕਰੋਨਾ ਕਾਲ ਦੇ ਵਿੱਚ ਮੈਂ ਕਿਹਾ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਸਿਹਤਾਂ ਬਾਰੇ ਜਾਣਨਾ। ਬਿਲਕੁਲ ਜੀ, ਠੀਕ ਹੈ ਜੀ, ਤੁਸੀਂ ਵੀ ਸਵਸਥ ਹੋਵੋਗੇ, ਮੰਗਲ ਕਾਮਨਾ। ਤੇ ਸਰ ਪਹਿਲਾ ਪ੍ਰਸ਼ਨ ਤਾਂ ਇਹੀ ਹੈ ਕਿ ਲਗਾਤਾਰ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਔਰ ਕੋਈ ਹੱਲ ਨਹੀਂ ਦਿਖ ਰਿਹਾ, ਕਿੱਦਾਂ ਦੇਖਦੇ ਹੋ ਇਸ ਸਾਰੀ ਪ੍ਰਕਿਰਿਆ? ਦੇਖੋ ਐਸਾ ਹੈ ਕਿ ਕਿਸਾਨ ਭਰਾ ਆਪਣੀ ਮੰਗ ਨੂੰ ਲੈ ਕੇ 8 ਮਹੀਨੇ ਤੋਂ ਲਗਾਤਾਰ ਦਿੱਲੀ ਬਾਰਡਰ ਦੇ ਉੱਤੇ ਧਰਨਾ ਦਿੱਤਾ ਹੋਇਆ ਔਰ ਹੁਣ ਜੰਤਰ ਮੰਤਰ ਦੇ ਕੋਲ ਵੀ ਉਹਨਾਂ ਨੇ ਸੰਸਦ ਲਗਾਈ। चिंता का विषय है, लेकिन भारत में जमहूरीयत है, किसी ने भी अपनी गल रखन दा और किसी दी दूसरे की गल दे वखरा विरोध करन दा, वक्री आवाज़ बुलंद करन दा अधिकार है। लेकिन 8 महीने लगातार बैठे हुए हैं, लेकिन 11 वारी गलबात भी हुई है एनडीए सरकार नाल, सो हाले किसी सिरे ते नहीं पहुँचे। सो आने वाले समय दे विच मैनूं आस ही नहीं पूर्ण विश्वास है कि मामला हल होएगा गलबात द्वारा, क्योंकि दुनिया ਵੱਡੀਆਂ ਲੜਾਈਆਂ भी ਵੱਡੇ ਵੱਡੇ ਮਸਲੇ भी गलबात ਦੇ ਰਾਹੀਂ हल होंगे। सो इस नाते जिहड़ा हैगा आने वाले समय ਦੇ ਵਿੱਚ ਸੁਖਾਵਾਂ ਮਾਹੌਲ ਬਣੇਗਾ। ਬਿਲਕੁਲ ਸਰ, ਆਸ ਤੇ ਉਮੀਦ ਆਪਾਂ ਸਾਰੇ ਕਰਦੇ ਹਾਂ ਜਿੰਨੇ ਵੀ ਪੰਜਾਬ ਵਾਸੀ ਨੇ। ਪਰ ਨਰਿੰਦਰ ਸਿੰਘ ਤੋਮਰ ਦਾ ਬੀਤੇ ਕੱਲ ਫਿਰ ਇੱਕ ਬਿਆਨ ਆਉਂਦਾ ਹੈ ਜਦੋਂ ਸੰਸਦ ਦੇ ਵਿੱਚ ਸੰਬੋਧਨ ਕਰ ਰਹੇ ਸਨ ਕਿ ਜਿੰਨੇ ਵੀ ਕਿਸਾਨਾਂ ਦੇ ਹੱਕ ਵਿੱਚ ਗੱਲ ਕਰ ਰਹੇ ਨੇ ਉਹ ਕਿਸਾਨ ਹੀ ਨਹੀਂ ਹੈ। ਇਦਾਂ ਦੇ ਬਿਆਨਬਾਜ਼ੀ ਨੂੰ ਕਿੱਦਾਂ ਦੇਖਿਆ ਜਾਵੇ? ਦੇਖੋ ਐਸਾ ਆਪਣਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ ਕਿ ਵੀ ਇਹ ਉਹਨਾਂ ਨੇ ਕਿਸ ਢੰਗ ਨਾਲ ਕਿਹਾ, ਕਿਉਂਕਿ ਸਰਕਾਰ ਕੋਲ ਬਥੇਰੇ ਵਸੀਲੇ ਹੁੰਦੇ ਆ ਕਿ ਕੌਣ ਸ਼ਾਮਲ ਹੋਇਆ। ਸੋ ਉਹਨਾਂ ਦੇ ਆਧਾਰ ਦੇ ਉੱਤੇ ਹੋ ਸਕਦਾ ਉਹਨਾਂ ਨੇ ਜੋ ਕਿਹਾ, ਠੀਕ ਹੈ ਨਾ, ਉਹ ਸਾਰੀ ਗੱਲ ਉਹਨਾਂ ਨੇ ਘੋਖ ਕੇ ਕਹੀ ਹੈ। ਮਤਲਬ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੇ ਚੱਲੀਆਂ। ਅਨਿਲ ਜੋਸ਼ੀ ਜੀ ਬੋਲਦੇ ਰਹੇ ਨੇ, ਉਹਨਾਂ ਤੇ ਵੀ ਐਕਸ਼ਨ ਲਿਆ ਗਿਆ ਪਾਰਟੀ ਦੇ ਵੱਲੋਂ। ਕਿੱਦਾਂ ਦੇਖਦੇ ਹੋ ਜੇਕਰ ਕਿਸਾਨਾਂ ਦੇ ਹੱਕ ਦੀ ਕੋਈ ਗੱਲ ਕਰਦਾ ਤਾਂ ਪਾਰਟੀ ਵੱਲੋਂ ਤੁਰੰਤ ਐਕਸ਼ਨ ਲਿਆ ਜਾਂਦਾ, ਉਹ ਵੀ ਐਕਸ਼ਨ ਇੱਦਾਂ ਦਾ ਕਿ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਂਦਾ। ਇਸ ਫੈਸਲੇ ਨੂੰ ਕਿੱਦਾਂ ਦੇਖਦੇ? ਦੇਖੋ ਐਸਾ ਹੈ, ਤੁਸੀਂ ਕਿਸਾਨ ਦੇ ਕਾਰਨ ਨਹੀਂ ਕੀਤਾ ਉਹਨਾਂ ਨੇ ਕਿ ਕਿਸਾਨ ਦੇ ਵੱਖਰੀ ਗੱਲ ਕੀਤੀ ਹੈ। ਤੁਸੀਂ ਜਿਹੜੀ ਵੀ ਗੱਲ ਰੱਖਣੀ ਹੈ ਪਾਰਟੀ ਪਲੇਟਫਾਰਮ ਤੇ ਰੱਖੋ, ਠੀਕ ਹੈ ਨਾ ਜੀ, ਕਿਉਂਕਿ ਪਾਰਟੀ ਪਲੇਟਫਾਰਮ ਤੇ ਬਾਹਰ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਇਨਡਿਸਪਲਿਨ ਹੁੰਦਾ ਹੈ। ਈਜ਼ਲੀ ਨਹੀਂ ਹੈ ਕਿ ਕਿਸਾਨਾਂ ਦੇ ਹੱਕ 'ਚ ਕੀਤੀ ਹੈ। ਜੋਸ਼ੀ ਸਾਹਿਬ ਤਾਂ ਕਹਿੰਦੇ ਮੈਨੂੰ ਮੈਡਲ ਮਿਲ ਗਿਆ, ਜੇ ਪਾਰਟੀ ਨੇ ਕੱਢ ਦਿੱਤਾ ਮੈਂ ਕਿਸਾਨਾਂ ਦੇ ਲਈ ਲੜਿਆ, ਮੈਨੂੰ ਮੈਡਲ ਮਿਲਿਆ ਇਹ ਕੱਢਣ ਦਾ। ਗੱਲ ਇਹ ਹੈਗਾ, ਇਹ ਤਾਂ ਇੱਕ ਆਪਣੀ ਪਰਸੈਪਸ਼ਨ ਹੈ ਕਿ ਵੀ ਮੈਨੂੰ ਜੇ ਕੱਢਿਆ ਤੇ ਆਪਾਂ ਕਹੀਏ ਕਿ ਬਹੁਤ ਵਧੀਆ ਹੋ ਗਿਆ, ਇਹ ਉਹਦੀ ਪਰਸੈਪਸ਼ਨ ਹੈ। ਲੇਕਿਨ ਇਹ ਹੈਗਾ, ਜੇ ਤੱਕ ਸਵਾਲ ਇਹ ਹੈਗਾ ਕਿ ਤੁਸੀਂ ਕੋਈ ਵੱਖਰੀ ਰਾਏ ਵੀ ਰੱਖਣੀ ਹੈ, ਪਾਰਟੀ ਦੇ ਅੰਦਰ ਜਮਹੂਰੀਅਤ ਹੈ, ਠੀਕ ਹੈ ਨਾ ਜੀ, ਉਹ ਤੇ ਰੱਖੋ। ਸਾਰੀ ਗੱਲ ਜਿਹੜੀ ਹੈਗੀ ਹੈ ਸੁਣੀ ਜਾਂਦੀ ਹੈ, ਮੰਨਣ ਵਾਲੀ ਹੋਗੀ ਮੰਨੀ ਵੀ ਜਾਏਗੀ। ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਜਦੋਂ 2017 ਤੋਂ ਪਹਿਲਾਂ ਦੀ ਸਰਕਾਰ ਸੀਗੀ, ਤੁਸੀਂ ਕੈਬਨਿਟ ਮੰਤਰੀ ਵੀ ਰਹੇ ਹੋ ਇਹ ਸਾਂਝੀ ਸਰਕਾਰ ਦੇ ਦਰਮਿਆਨ, ਹੁਣ ਅੱਜ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਸੰਸਦ ਦੇ ਬਾਹਰ ਵਿਰੋਧ ਕਰ ਰਹੇ ਨੇ। ਇਸ ਪ੍ਰਕਿਰਿਆ ਨੂੰ ਕਿਸ ਤਰ੍ਹਾਂ ਦੇਖਦੇ ਹੋ? ਲੱਗਦਾ ਹੈ ਕਿ ਜਦੋਂ ਕਾਨੂੰਨ ਲਿਆਂਦੇ ਜਾ ਰਹੇ ਸੀ ਉਸ ਦਰਮਿਆਨ ਇਹ ਵੀ ਹਿੱਸਾ ਸੀਗੇ ਲੋਕ? ਗੱਲ ਹੈ ਜਦੋਂ ਆਰਡੀਨੈਂਸਿਸ ਆਏ ਔਰ ਉਸ ਤੋਂ ਬਾਅਦ ਇਹੀ ਸੁਖਬੀਰ ਸਿੰਘ ਬਾਦਲ ਹੋਣੀ ਹੈ
श्रीमती हरसिमरत कौर बादल है और मैं कहां कि बजुर्ग नेता सरदार प्रकाश सिंह बादल जी का बयान आया सी कि कानून किसानां लई बहुत वधिया है, लेकिन ਉਹਦੇ बाद कोई हालात कानून के बारे चेंज नहीं होए, पर ये आप बदल गए कि क्यों बदले, की कारण है ये बेहतर जानते होंगे। ਔਰ ਇਸ ਸਾਰੇ ਕਸ਼ਮਕਸ਼ ਦੇ ਵਿੱਚ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਬਾਕੀ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਵਰਕਰਾਂ ਦਾ ਬੀਜੇਪੀ ਜਿਹੜੇ ਸਦस्य ਨੇ ਉਹਨਾਂ ਦਾ ਵਿਰੋਧ ਕੀਤਾ ਜਾਊਗਾ। ਇਸ ਫੈਸਲੇ ਨੂੰ ਕਿੱਦਾਂ ਦੇਖਦੇ? देखो ऐसा है वो अपनी गल रखन, लेकिन किसी ਨੂੰ दूसरे ਨੂੰ गल नहीं रखन देनी, ये ठीक नहीं है। ठीक है ना जी, मैनू हमदर्दी होना नाल किसानां दे नाल, लेकिन आपां ये कही कि ਅਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ, ਉਹ ਗੱਲ ਠੀਕ ਨਹੀਂ ਲੱਗਦੀ। ਮਨੋਰੰਜਨ ਕਾਲੀਆ ਜੀ ਦੇ ਰਾਹੀਂ ਕੋਈ ਸੁਨੇਹਾ ਜਾ ਸਕਦਾ ਹੈ ਕਿ ਕਿਤਨਾ ਕਿਤੇ ਮਨੋਰੰਜਨ ਕਾਲੀਆ ਜੀ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਪਾਰਟੀ ਪ੍ਰੈਜ਼ੀਡੈਂਟ ਤੱਕ ਪਹੁੰਚਾਉਣ, ਅਸ਼ਵਨੀ ਸ਼ਰਮਾ ਤੱਕ ਪਹੁੰਚਾਉਣ ਕੇ ਹੱਲ ਜਲਦੀ ਕੀਤਾ ਜਾ ਸਕੇ, ਇਸ ਤਰ੍ਹਾਂ ਦੀ ਕਿਸਾਨ ਆਸ ਰੱਖਣ। ऐसा है कि साडी जी कोर कमेटी है जिहदे सारे पूर्व प्रधान है और साडे हुंदे प्रधान अपने अश्विनी शर्मा जी, असीं इकट्ठे होके सारी गल जिहड़ी हैगी है वो राष्ट्रीय अध्यक्ष श्री जगत प्रकाश नड्डा जी दे अगे रखी सी, सारी रखी है। सो साडा जिहड़ी जिम्मेवारी सीगी ये गल कहना कि जी गल नहीं रखी गई वो सरासर गलत है। मैं उसका चश्मित गवाह है, हो सकता मैं भी गल्लां रखियां होण, लेकिन पार्टी प्लेटफॉर्म के उत्ते हुण उन्होंने कहा सीगा तुहाडीआं सारियां गल्लां असीं पहुंचावांगे। ठीक है, हुण ये उपर जिहड़ियां हैगीआं उपर जिहड़ियां पहुंचाना, हुण मनना ना मनना तो साडा शीश नेते दा तलक ਕੌਣ ਨਹੀਂ ਮੰਨ ਰਿਹਾ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਗੱਲਾਂ ਮੰਨ ਲੈਣੀਆਂ ਚਾਹੀਦੀਆਂ, ਉਮੀਦ ਜਤਾਈ ਜਾਣੀ ਚਾਹੀਦੀ, ਕੌਣ ਨਹੀਂ ਮੰਨ ਰਿਹਾ? ਮੈਂ ਕਿਹਾ ਗੱਲਾਂ ਅਸੀਂ ਰੱਖੀਆਂ, ਜਿਹੜਾ ਤੁਸੀਂ ਕਹਿੰਦੇ ਰੱਖਿਆ ਕਿ ਵੀ ਪਾਰਟੀ ਨੇ ਰੱਖੀਆਂ ਨਹੀਂ ਗਈਆਂ, ਉਹਨਾਂ ਨੂੰ ਦੱਸਿਆ ਨਹੀਂ ਗਿਆ, ਦੱਸਿਆ ਗਿਆ। ਹੁਣ ਮੰਨਣਾ ਜਾਂ ਨਾ ਮੰਨਣਾ ਤਾਂ ਉਹਨਾਂ ਤੇ ਡਿਪੈਂਡ ਕਰਦਾ ਨਾ। ਲੋਕ ਆਸ ਕਰਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਢੰਗ ਦੇ ਨਤੀਜੇ ਸਾਹਮਣੇ ਆਉਣਗੇ ਔਰ ਘਰਾਂ ਨੂੰ ਪਰਤਣਗੇ ਪੰਜਾਬ ਦੇ ਨਾਲ ਹੋਰਨਾਂ ਸੂਬਿਆਂ ਦੇ ਕਿਸਾਨ। ਮੈਨੂੰ ਆਸ ਹੀ ਨਹੀਂ, ਪੂਰਨ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਰਾਹੀਂ ਇਹ ਮਸਲਾ ਹੱਲ ਹੋਏਗਾ। ਉਸੇ ਤਰ੍ਹਾਂ ਕੋਈ ਸੋਚ ਸਕਦਾ ਸੀਗਾ ਕਿ ਜਰਮਨੀ ਇੱਕ ਹੋ ਜਾਊਗਾ, ਬਰਲਿਨ ਦੀ ਦੀਵਾਰ ਟੁੱਟ ਜਾਊਗੀ, ਗੱਲਬਾਤ ਰਾਹੀਂ ਟੁੱਟ ਗਈ, ਖਤਮ ਹੋ ਗਈ, ਜਰਮਨੀ ਇੱਕ ਹੋ ਗਿਆ। तो इसे तरह ही मैनू आस नहीं, पूर्ण विश्वास है। 2022 तो पहला के बाद देखो ये तो ईश्वर दस सकता है पहला के बाद चो, ठीक है ना जी। मैनू आस पूरी है कि मसला हल होएगा किसान भरावां दा और सरकार दा। शुक्रिया जी गलबात करने ਲਈ। ਇਹ ਸਨ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਕਿਉਂਕਿ ਲਗਾਤਾਰ ਕਿਸਾਨ ਜਿਹੜੇ ਨੇ ਤਕਰੀਬਨ 8 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ, ਪਰ ਮਸਲੇ ਦਾ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ ਹੈ। ਇੱਕ ਪਾਸੇ ਤਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕੱਲ ਫਿਰ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜਿਹੜੇ ਸੰਸਦ ਦੇ ਵਿੱਚ ਵਿਰੋਧ ਕਰ ਰਹੇ ਨੇ, ਕਿਉਂਕਿ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਜਦੋਂ ਕਿਸਾਨਾਂ ਦੇ ਵੱਲੋਂ ਵਿਪ ਜਾਰੀ ਕੀਤੀ ਜਾਂਦੀ ਹੈ ਤਾਂ ਕਿਹਾ ਜਾਂਦਾ ਕਿ ਜਦ ਤੱਕ 3 ਖੇਤੀ ਕਾਨੂੰਨਾਂ ਬਾਰੇ ਤੁਸੀਂ ਅੰਦਰ ਬੋਲੋਗੇ ਨਹੀਂ, ਅੰਦਰ ਬੋਲ ਕੇ ਵਾਪਸ ਆ ਸਕਦੇ ਹੋ, ਉਸ ਤੋਂ ਬਿਨਾਂ ਵਾਪਸ ਨਹੀਂ ਆ ਸਕਦੇ। ਬਕਾਇਦਾ ਵਿਪ ਜਾਰੀ ਹੁੰਦੀ ਹੈ, ਜਿਸ ਦਰਮਿਆਨ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਅੰਦਰ ਬੋਲੇ ਵੀ ਸਨ, ਪਰ ਨਰਿੰਦਰ ਸਿੰਘ ਤੋਮਰ ਕਹਿੰਦੇ ਨੇ ਕਿ ਜਿਹੜੇ ਅੰਦਰ ਬੋਲ ਰਹੇ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ, ਕਿਸਾਨਾਂ ਦੇ ਵਿਰੋਧ ਦੇ ਵਿੱਚ ਨੇ। ਇਸ ਕਰਕੇ ਬਹੁਤ ਸਾਰੀਆਂ ਚਿੰਤਾਵਾਂ ਨੇ, ਹਜੇ ਵੀ ਲੋਕ ਚਿੰਤਾ ਕਰ ਰਹੇ ਨੇ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਨਿਕਲੇ, ਕਿਉਂਕਿ ਲਗਾਤਾਰ ਪੰਜਾਬ ਦੀ ਸਿਆਸਤ ਵੀ ਕਿਤੇ ਨਾ ਕਿਤੇ ਇਸ ਮੁੱਦੇ ਦੇ ਉੱਤੇ ਟਿਕੀ ਹੋਈ ਹੈ। ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ 5 ਖਰੜਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅੱਗੇ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਇਸ 3 ਖੇਤੀ ਕਾਨੂੰਨਾਂ ਦੇ ਵਿੱਚ ਧਿਆਨ ਦਿੱਤਾ ਜਾਵੇ, ਇਹਨਾਂ ਨੂੰ ਲਾਗੂ ਨਾ ਕੀਤਾ ਜਾਵੇ। ਮਤਲਬ ਸਿਆਸਤ ਪੰਜਾਬ ਦੀ ਕਿਤੇ ਨਾ ਕਿਤੇ ਜੇਕਰ 2022 ਵਿਧਾਨ ਸਭਾ ਚੋਣਾਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਇਰਦ ਗਿਰਦ ਦੀ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਪਰ ਭਾਜਪਾ ਦੇ ਬਹੁਤ ਸਾਰੇ ਵਰਕਰ ਨੇ ਜਿਹੜੇ ਇਹ ਤਾਂ ਕਹਿ ਰਹੇ ਨੇ, ਇਹ ਤਾਂ ਆਗੂ ਕਹਿ ਰਹੇ ਨੇ ਕਿ ਕਿਸਾਨਾਂ ਦੀ ਆਵਾਜ਼ ਉੱਪਰ ਉਠਾਈ ਜਾ ਰਹੀ ਹੈ, ਪਰ ਕੌਣ ਨਹੀਂ ਮੰਨ ਪਾ ਰਿਹਾ, ਕਿਉਂ ਨਹੀਂ ਮੰਨ ਪਾ ਰਿਹਾ, ਇਹ ਵੱਡੇ ਸਵਾਲ ਨੇ। ਵੀਡੀਓ ਜਰਨਲਿਸਟ ਪਵਨ ਦੇ ਨਾਲ ਅਮਨ ਚੰਦ, ਦੈਨਿਕ ਸਵੇਰਾ ਟੀਵੀ, ਜਲੰਧਰ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ, ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।